हाँ जी, ਕੈਪੀਟਲ ਲੈਟਰਸ ਦੇ ਵਿੱਚ ਲਿਖਣ ਦਾ ਕੀ ਫਾਇਦਾ ਆ, ਕੀ ਉਹਦੇ ਨਾਲ ਇਫੈਕਟ ਪੈਂਦਾ ਆ। ਦੇਖੋ, ਅਗਰ ਤੁਸੀਂ ਨੋਰਮਲ ਲੈਟਰਸ ਦੇ ਵਿੱਚ ਲਿਖਦੇ ਹੋ, ਮੰਨ ਲਓ ਤੁਸੀਂ ਆਪਣਾ ਕੋਈ ਮੈਸੇਜ ਜਿਹੜਾ ਆ ਉਹ ਕਨਵੇ ਕਰਨਾ ਆ ज़्यादा नंबर ऑफ़ पीपल या स्टूडेंट्स ਦੇ ਵਿੱਚ ਕਰਨਾ ਆ, ਜਾਂ ਕੋਲੀਗ ਦੇ ਵਿੱਚ ਆਪਣਾ ਮੈਸੇਜ ਕਨਵੇ ਕਰਨਾ ਆ। ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡਾ ਮੈਸੇਜ ਜਿਹੜਾ ਆ ਸਾਰੇ ਜਣੇ ਉਹਦੇ ਵੱਲ ਧਿਆਨ ਦੇਣ। ਨਹੀਂ ਤਾਂ ਮੋਸਟਲੀ ਕੀ ਹੁੰਦਾ ਹੈ ਕਿ ਬਹੁਤ ਸਾਰੇ ਮੈਸੇजेस ਹੁੰਦੇ ਨੇ, ਆਪਣਾ ਧਿਆਨ ਨਹੀਂ ਜਾਂਦਾ ਉਹਦੇ ਵਿੱਚ, ਆਪਾਂ ਅੱਗੇ ਕਰ ਦਿੰਦੇ ਹਾਂ। ਲੇਕਿਨ ਅਗਰ ਤੁਸੀਂ ਚਾਹੁੰਦੇ ਹੋ ਕਿ ਉਹ ਚੀਜ਼ ਜਿਹੜੀ ਆ ਉਹਦੇ ਵੱਲ ਧਿਆਨ ਦਿੱਤਾ ਜਾਵੇ, ਫੋਕਸ ਕੀਤਾ ਜਾਵੇ, ਤੁਹਾਡੇ ਮੈਸੇਜ ਦੇ ਵੱਲ ਉਹਨੂੰ ਧਿਆਨ ਨਾਲ ਦੇਖਿਆ ਜਾਵੇ, ਕੋਈ ਬਹੁਤ ਇੰਪੋਰਟੈਂਟ ਮੈਸੇਜ ਹੈ, ਤੁਸੀਂ ਕੀ ਕਰਨਾ ਉਹਨੂੰ ਲਿਖਣਾ ਹੈ ਕੈਪੀਟਲ ਲੈਟਰਸ ਦੇ ਵਿੱਚ। ਠੀਕ ਹੈ, ਇਹ ਹੁੰਦੀ ਹੈ ਇੱਕ ਹਾਈਲਾਈਟਿੰਗ ਟੈਕਨੀਕ, ਯਾਨੀ ਕਿ ਵਰਡਸ ਨੂੰ ਹਾਈਲਾਈਟ ਕਰਕੇ ਲਿਖਣਾ ਜਾਂ ਸੈਂਟੈਂਸ ਨੂੰ ਹਾਈਲਾਈਟ ਕਰਕੇ ਲਿਖਣਾ ਤਾਂ ਕਿ ਉਹ ਸਾਰਿਆਂ ਦੀ ਨਜ਼ਰ ਦੇ ਵਿੱਚ ਆਵੇ। ਠੀਕ ਹੈ, ਇਹਨੂੰ ਕਹਿੰਦੇ ਹਾਈਲਾਈਟਿੰਗ ਟੈਕਨੀਕ, ਜਿਹੜੀ ਕਿ ਰਾਈਟਿੰਗ ਦੇ ਵਿੱਚ ਬਹੁਤ ਇੰਪੋਰਟੈਂਟ ਹੈ। ਰਾਈਟਿੰਗ ਦੇ ਵਿੱਚ ਬਹੁਤ ਇੰਪੋਰਟੈਂਟ ਹੈ। ਠੀਕ ਹੈ, ਮੰਨ ਲਓ ਆਪਾਂ ਕੋਈ ਟੌਪਿਕ ਕਰਨਾ ਹੈ, ਠੀਕ ਹੈ, ਕੱਲ੍ਹ ਨੂੰ ਕਰਨਾ ਹੈ, ਮੈਂ ਉਹ ਮੈਸੇਜ ਤੁਹਾਨੂੰ ਗਰੁੱਪ ਦੇ ਵਿੱਚ ਭੇਜਦਾ ਕਿ ਵੀ ਵਿਲ ਕੰਪਲੀਟ ਦ ਟੌਪਿਕ ਬਾਏ ਟਮੋਰੋ। ਠੀਕ ਹੈ, ਅਗਰ ਮੈਂ ਇਹਨੂੰ ਸਮੋਲ ਲੈਟਰਸ ਦੇ ਵਿੱਚ, ਤਾਂ ਉਹਦਾ ਧਿਆਨ ਇੰਨਾ ਜ਼ਿਆਦਾ ਸਾਰਿਆਂ ਦੇ ਵਿੱਚ ਨਹੀਂ ਜਾਣਾ। ਜਦੋਂ ਉਹਨੂੰ ਮੈਂ ਕੈਪੀਟਲ ਲੈਟਰਸ ਦੇ ਵਿੱਚ ਸਾਰੇ ਦੇ ਸਾਰੇ ਸੈਂਟੈਂਸ ਨੂੰ ਕੈਪੀਟਲ ਲੈਟਰਸ ਦੇ ਵਿੱਚ ਲਿਖੂੰਗੀ ਤਾਂ ਉਹਦੀ ਨਜ਼ਰ ਸਾਰਿਆਂ 'ਤੇ ਜਾਊਗੀ। ਠੀਕ ਹੈ, ਇੱਕ ਤਾਂ ਇਹ ਹੋ ਗਈ ਕਿ ਉਹਦੀ ਨਜ਼ਰ ਸਾਰਿਆਂ 'ਤੇ ਜਾਊਗੀ, ਦੂਸਰਾ ਇਹ ਕਿ ਉਹ ਸੈਂਟੈਂਸ, ਉਹ ਚੀਜ਼, ਉਹ ਟੌਪਿਕ ਜਿਹੜਾ ਤੁਸੀਂ ਲਿਖਿਆ ਹੋਇਆ, ਜੋ ਮੈਸੇਜ ਜਿਹੜਾ ਹੈ ਉਹ ਜਿਹੜਾ ਆ ਉਹ ਬਹੁਤ ਜ਼ਿਆਦਾ ਇਫੈਕਟਿਵ ਹੋ ਜਾਂਦਾ ਹੈ। ਠੀਕ ਹੈ, ਉਹ ਬਹੁਤ ਜ਼ਿਆਦਾ ਕਹਿ ਲਓ ਕਿ ਹਾਈਲਾਈਟ ਹੋ ਜਾਂਦਾ ਆ। ਅਤੇ ਇਹਦਾ ਮਤਲਬ ਵੀ ਇਹ ਹੁੰਦਾ ਆ, ਜਦੋਂ ਤੁਸੀਂ ਇੰਪੋਰਟੈਂਟ, ਕੋਈ ਬਹੁਤ ਇੰਪੋਰਟੈਂਟ ਮੈਸੇਜ ਦੇਣਾ ਆ, ਉਹਨੂੰ ਅਗਰ ਤੁਸੀਂ ਕੈਪੀਟਲ ਲੈਟਰਸ ਦੇ ਵਿੱਚ ਲਿਖੋਗੇ ਤਾਂ ਸਾਹਮਣੇ ਵਾਲੇ ਨੂੰ ਵੀ ਪਤਾ ਲੱਗੇਗਾ ਕਿ ਹਾਂ, ਕਿ ਦਿਸ ਇਜ਼ ਸਮਥਿੰਗ ਇੰਪੋਰਟੈਂਟ, ਦਿਸ ਇਜ਼ ਸਮਥਿੰਗ ਟੂ ਬੀ ਨੋਟਿਸਡ। ਠੀਕ ਹੈ, ਇਸ ਲਈ ਕੈਪੀਟਲ ਲੈਟਰਸ ਦੇ ਵਿੱਚ ਲਿਖਣਾ, ਜਿਹਨੂੰ ਹਾਈਲਾਈਟਿੰਗ ਟੈਕਨੀਕ ਬੋਲਦੇ ਆ, ਦੈਟ ਇਜ਼ ਆਲਸੋ ਇੰਪੋਰਟੈਂਟ। ਹੁਣ ਮੰਨ ਲਓ ਕੋਈ ਬੁੱਕ ਤੁਸੀਂ ਪੜ੍ਹਦੇ ਹੋ, ਠੀਕ ਹੈ, ਉਹਦੇ ਵਿੱਚ ਤੁਸੀਂ ਕੁਛ ਸੈਂਟੈਂਸਿਸ ਜਿਹੜੇ ਨੇ ਉਹਨਾਂ ਨੂੰ ਤੁਹਾਨੂੰ ਲੱਗਦਾ ਕਿ ਇਹ ਇੰਪੋਰਟੈਂਟ ਨੇ ਜਾਂ ਅੱਛੇ ਨੇ, ਉਹਨਾਂ ਨੂੰ ਤੁਸੀਂ ਹਾਈਲਾਈਟ ਕਰ ਦਿਓ ਨਾ ਵਿਦ ਹਾਈਲਾਈਟਰ, ਹਾਈਲਾਈਟ ਕਰ ਦਿਓ। ਜੇ ਉਹ ਸੈਂਟੈਂਸਿਸ, ਮੰਨ ਲਓ ਕੋਈ ਇੰਪੋਰਟੈਂਟ ਸੈਂਟੈਂਸਿਸ ਉਹੀ ਕੈਪੀਟਲ ਲੈਟਰਸ ਦੇ ਵਿੱਚ ਲਿਖੇ ਹੋਣ, ਬਾਕੀ ਜਿਹੜੇ ਇੰਨੇ ਇੰਪੋਰਟੈਂਟ ਨਹੀਂ ਨੇ ਉਹ ਸਮੋਲ ਲੈਟਰਸ 'ਚ ਲਿਖੇ ਹੋਣ, ਤਾਂ ਤੁਹਾਨੂੰ ਹਾਈਲਾਈਟ ਕਰਨ ਦੀ ਜ਼ਰੂਰਤ ਹੀ ਨਹੀਂ ਹੈ, ਹਾਈਲਾਈਟਰ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਉਹ ਆਲਰੇਡੀ ਹਾਈਲਾਈਟਡ ਨੇ ਜਦੋਂ ਉਹ ਕੈਪੀਟਲ ਲੈਟਰਸ ਦੇ ਵਿੱਚ ਲਿਖੇ ਹੁੰਦੇ ਨੇ। ਇਹ ਹੁੰਦਾ ਕੈਪੀਟਲ ਲੈਟਰਸ ਦੇ ਵਿੱਚ ਲਿਖਣ ਦਾ ਫਾਇਦਾ, ਕਿ ਉਹ ਚੀਜ਼ ਹਾਈਲਾਈਟ ਹੋ ਜਾਂਦੀ ਆ, ਮੈਸੇਜ ਜਿਹੜਾ ਆ ਹਾਈਲਾਈਟ ਹੋ ਜਾਂਦਾ, ਔਰ ਹਰ ਇੱਕ ਦਾ ਫੋਕਸ ਜਿਹੜਾ ਉਹਦੇ 'ਤੇ 1 ਮਿੰਟ ਦੇ ਵਿੱਚ ਪੈਂਦਾ। ਠੀਕ ਹੈ, ਸੋ ਅਗਰ ਤੁਸੀਂ ਕੱਲ੍ਹ ਨੂੰ ਕਦੇ ਕੋਈ ਨੋਟਿਸ ਲਿਖਣਾ ਹੈ ਤਾਂ ਉਹਨੂੰ ਵੀ ਆਪਾਂ ਕੈਪੀਟਲ ਲੈਟਰਸ ਦੇ ਵਿੱਚ ਲਿਖਦੇ ਹਾਂ। ਨੋਟਿਸ ਅਗਰ ਕੋਈ ਹੁੰਦਾ ਹੈ ਇੰਪੋਰਟੈਂਟ, ਜਿਹਦਾ ਨੋਟਿਸ ਬੋਰਡ ਦੇ ਵਿੱਚ ਨੋਟਿਸ ਲੱਗੇ ਹੁੰਦੇ ਆ, ਤਾਂ ਕਿ ਉਹਦਾ ਧਿਆਨ ਸਭ ਵੱਲ ਜਾਵੇ। ਕਲਰ ਦੇ ਦਿੰਦੇ ਉਹਨੂੰ ਆਪਾਂ, ਕੁਛ ਕਲਰਸ ਦੇ ਵਿੱਚ ਲਿਖ ਦਿੰਦੇ ਹਾਂ, ਜਸਟ ਟੂ ਮੇਕ them ਹਾਈਲਾਈਟ। ਠੀਕ ਹੈ, ਸੋ ਇਹ ਇੱਕ ਚੀਜ਼ ਹੁੰਦੀ ਆ। ਹੁਣ ਦੂਸਰੀ ਇੱਕ ਚੀਜ਼ ਕਿ ਕੁਛ ਜਿਹੜੇ ਹੁੰਦੇ ਨੇ ਨਾ, ਅੱਛਾ ਇੱਕ ਚੀਜ਼ ਹੋਰ, ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਪੂਰਾ ਮੈਸੇਜ ਜਿਹੜਾ ਆ ਉਹਨੂੰ ਕੈਪੀਟਲ ਲੈਟਰਸ ਦੇ ਵਿੱਚ ਨਹੀਂ ਲਿਖਣਾ ਚਾਹੁੰਦੇ, ਲੇਕਿਨ ਜਦੋਂ ਫਿਰ ਇਹ ਆ ਕਿ ਕੁਛ ਚੀਜ਼ਾਂ ਜਿਨ੍ਹਾਂ ਨੂੰ ਤੁਸੀਂ ਹਾਈਲਾਈਟ ਕਰਨਾ ਚਾਹੁੰਦੇ, ਜੋ ਕੁਛ ਚੀਜ਼ਾਂ ਇੰਪੋਰਟੈਂਟ ਨੇ ਤੁਹਾਡੇ ਮੈਸੇਜ ਦੇ ਵਿੱਚ, ਤੁਸੀਂ ਉਹਨਾਂ ਨੂੰ ਕੈਪੀਟਲ ਲੈਟਰਸ ਦੇ ਵਿੱਚ ਲਿਖ ਸਕਦੇ ਹੋ। ਲਾਈਕ ਟਾਈਮ, ਪਲੇਸ, ਜਾਂ ਫਿਰ ਕੋਈ ਪਰਪਸ ਹੋ ਸਕਦਾ ਹੈ, ਜਿਸ ਪਰਪਸ ਲਈ ਤੁਸੀਂ ਉਹ ਮੈਸੇਜ ਕਨਵੇ ਕੀਤਾ ਹੈ, ਮੈਸੇਜ ਭੇਜਿਆ ਆ। ਠੀਕ ਹੈ, ਉਸ ਚੀਜ਼ ਨੂੰ ਫਿਰ ਤੁਸੀਂ ਕੈਪੀਟਲ ਲੈਟਰਸ ਦੇ ਵਿੱਚ ਲਿਖ ਸਕਦੇ ਹੋ, ਕਿਉਂਕਿ ਉਹ ਫਿਰ ਕੀ ਹੋ ਜਾਏਗਾ, ਹਾਈਲਾਈਟ ਹੋ ਜਾਏਗਾ। ਠੀਕ ਹੈ ਜੀ, ਕਲੀਅਰ ਹੈ ਗੱਲ, ਕੈਪੀਟਲ ਲੈਟਰਸ ਦੇ ਵਿੱਚ ਲਿਖਣ ਦਾ ਕੀ ਫਾਇਦਾ ਹੈ ਔਰ ਕਿਉਂ ਜ਼ਰੂਰੀ ਹੈ। ਕਲੀਅਰ ਹੋ ਗਈ ਗੱਲ ਇਹ? ਅੱਜ ਕੋਈ ਕੁਝ ਬੋਲ ਕਿਉਂ ਨਹੀਂ ਰਿਹਾ? ਵਾਟ ਹੈਪਨਡ? यस मैम, होगी क्लियर। ठीक है, व्हाट अबाउट द अदर स्टूडेंट्स? चलो ठीक है, तुसी सुन लो, इन्ना ही बहुत है। रिस्पॉन्ड नहीं करना, वो तुहाडी मर्जी, बट सुन लो। ठीक है, यही बहुत है, ये बहुत काम आनी है तुहाडे अगे चीज़ां। दूसरी चीज़ है फिक्स्ड फ्रेजेस। कुछ फिक्स्ड फ्रेजेस ने या कुछ फिक्स्ड वर्ड्स ने जिन्होंने तुसी याद कर लो। ठीक है, मैं बोलूँगी, मैं बहुत आराम नाल बोलूँगी, तुसी अगर नोट डाउन करना चाहते हो नोट डाउन भी कर लियो। ठीक है, देखो ਆਪਾਂ ਕਦੋਂ, ਜਦੋਂ ਆਪਾਂ ਐਗਜ਼ਾਮ ਦਿੰਦੇ ਹਾਂ ਨਾ, ਪੇਪਰ ਦਿੰਦੇ ਹਾਂ,
ਚਾਹੇ ਉਹ ਕੋਈ ਵੀ ਪੇਪਰ ਹੋਵੇ, ਠੀਕ ਹੈ। ਆਪਾਂ ਕੀ ਕਰਦੇ ਹਾਂ, ਆਪਾਂ ਕੁਛ ਪੁਆਇੰਟਸ ਬਣਾਉਣੇ ਹੁੰਦੇ ਆ, ਠੀਕ ਹੈ। ਆਪਾਂ ਪੁਆਇੰਟਸ ਕਿੱਦਾਂ ਬਣਾਉਂਦੇ ਆ, 1 ਨੰਬਰ ਪਾ ਕੇ, 2 ਨੰਬਰ ਪਾ ਕੇ। ਮੈਨੂੰ ਪਲੀਜ਼ ਜ਼ਰਾ ਇਹ ਦੱਸੋ ਕਿ ਮੈਂ ਇਹ ਚੀਜ਼ ਪਹਿਲਾਂ ਦੱਸ ਤਾਂ ਨਹੀਂ ਦਿੱਤੀ ਹੋਈ ਤੁਹਾਨੂੰ? ਦੱਸੋ ਸ਼ਿਵਮ, ਮੈਂ ਇਹ ਚੀਜ਼ ਪਹਿਲਾਂ ਦੱਸ ਦਿੱਤੀ ਹੋਈ ਹੈ ਤੁਹਾਨੂੰ, ਕਰਵਾਤੀ ਹੈ? नो नो मैम। मैम। ਠੀਕ ਹੈ, ਫਿਰ ਠੀਕ ਹੈ। ਮੈਂ ਕਿਹਾ ਸ਼ਾਇਦ ਮੈਂ ਰਿਪੀਟ ਕਰ ਰਹੀ ਹਾਂ ਤਾਂ ਹੀ ਸਾਰੇ ਬੋਰ ਹੋ ਰਹੇ ਨੇ। ਅੱਛਾ, नो मैम। ਤੁਸੀਂ ਜਦੋਂ ਪੁਆਇੰਟਸ ਲਿਖਣੇ ਆ, ਆਪਾਂ ਕੀ ਕਰਦੇ ਹੁੰਦੇ ਆ, ਆਪਾਂ ਲਿਖ ਦਿੰਦੇ ਆ ਨੰਬਰ 1, ਫਿਰ ਉਹਨੂੰ ਲਿਖ ਦਿੰਦੇ ਆ, ਠੀਕ ਹੈ। ਫਿਰ ਆਪਾਂ ਦੂਸਰੀ ਲਾਈਨ 'ਚ ਨੰਬਰ 2 ਪਾਉਂਦੇ ਆ, ਆਪਾਂ ਉਹ ਲਿਖ ਦਿੰਦੇ। ਇਹ ਹੋ ਗਿਆ ਬੱਚਿਆਂ ਵਾਲਾ ਕੰਮ। ਹੁਣ ਇਹ ਕੰਮ ਆਪਾਂ ਛੱਡਣਾ ਆ, ਠੀਕ ਹੈ। ਸਕੂਲ ਦੇ ਵਿੱਚ ਆਪਾਂ ਇੱਦਾਂ ਕਰਦੇ ਹੁੰਦੇ ਸੀ ਕਿ ਨੰਬਰਿੰਗ ਕਰਕੇ ਆਪਾਂ ਪੁਆਇੰਟਸ ਬਣਾ ਕੇ ਕੁਝ ਲਿਖਦੇ ਹੁੰਦੇ ਸੀ। ਨੋ, ਹੁਣ ਨਹੀਂ ਕਰਨਾ, ਉਹ ਸਕੂਲ 'ਚ ਛੱਡ ਦਿਓ, ਛੋਟੇ ਬੱਚਿਆਂ ਲਈ ਹੁੰਦਾ ਹੈ। ਹੁਣ ਤੁਸੀਂ ਕਿੱਦਾਂ ਕਰਨਾ ਆ, ਤੁਸੀਂ ਆਪਣੀ ਰਾਈਟਿੰਗ ਨੂੰ ਇਫੈਕਟਿਵ ਬਣਾਉਣਾ ਆ, ਕਿਉਂਕਿ ਤੁਹਾਡਾ ਪੇਪਰ ਜਿਹੜਾ ਆ, ਅਗਰ ਤੁਸੀਂ ਅਟੈਂਪਟ ਬਹੁਤ ਅੱਛੇ ਤਰੀਕੇ ਨਾਲ ਕੀਤਾ ਹੋਇਆ ਨਾ, ਪੇਪਰ ਅਟੈਂਪਟਿੰਗ ਦੇ ਵੀ ਕਈ ਵਾਰ ਐਗਜ਼ਾਮੀਨਰ ਮਾਰਕਸ ਦੇ ਦਿੰਦਾ ਹੈ, ਠੀਕ ਹੈ। ਪੇਪਰ ਅਟੈਂਪਟ ਕਰਨ ਦੇ ਵੀ ਮਾਰਕਸ ਕਈ ਵਾਰ ਦੇ ਦਿੰਦਾ, ਅਗਰ ਅੱਛਾ ਅਟੈਂਪਟ ਕੀਤਾ ਹੋਇਆ, ਠੀਕ ਹੈ। ਬੇਸ਼ੱਕ ਫਿਰ ਘੱਟ ਲਿਖਿਆ ਹੋਵੇ, ਲੇਕਿਨ ਅਗਰ ਉਹਨੂੰ ਦੇਖਣ ਨੂੰ ਬਹੁਤ ਅੱਛਾ ਲੱਗ ਰਿਹਾ ਹੈ ਨਾ, ਇਫੈਕਟਿਵ ਤੁਹਾਡੀ ਰਾਈਟਿੰਗ ਅੱਛੀ ਹੈ ਨਾ ਤੁਹਾਡੀ, ਤਾਂ ਤੁਹਾਡੇ ਮਾਰਕਸ ਜਿਹੜੇ ਆ ਉਹ ਕਈ ਵਾਰ ਐਗਜ਼ਾਮੀਨਰ ਇੰਪ੍ਰੈਸ ਹੋ ਕੇ ਦੇ ਦਿੰਦਾ ਹੈ ਐਕਸਟਰਾ 1-2, ਠੀਕ ਹੈ। ਹੁਣ ਤੁਸੀਂ ਕੀ ਕਰਨਾ ਹੈ, ਫਿਕਸਡ ਕੁਝ ਫਰੇਜ਼ਸ ਨੇ, ਨੰਬਰ ਜਿਹੜੇ ਆਪਾਂ ਪਾਉਂਦੇ ਹਾਂ, ਆਪਾਂ ਡਿਜਿਟਸ ਪਾਉਂਦੇ ਸੀਗੇ, ਉਹਨਾਂ ਨੂੰ ਆਪਾਂ ਹੁਣ ਛੱਡ ਦੇਣਾ, ਉਹਨਾਂ ਨੂੰ ਕੱਢ ਦਿਓ ਸਾਈਡ 'ਤੇ। ਉਹਨਾਂ ਦੀ ਜਗ੍ਹਾ 'ਤੇ ਆਪਾਂ ਕੀ ਲਿਖਣਾ ਆ, ਮੰਨ ਲਓ ਆਪਾਂ ਕੋਈ ਪੁਆਇੰਟ ਲਿਖਣਾ ਹੈ, ਆਪਾਂ ਕਿੱਦਾਂ ਲਿਖਣਾ ਪਹਿਲਾਂ, ਫਰਸਟਲੀ ਵਰਡ, ਫਸਟਲੀ, ਫਸਟ ਆਪਾਂ ਲਿਖਦੇ ਨਾ, ਉਹਨੂੰ ਲਿਖਣਾ ਫਸਟਲੀ, ਕੌਮਾ ਪਾ ਕੇ, ਫਿਰ ਆਪਾਂ ਆਪਣੀ ਲਾਈਨ ਸਟਾਰਟ ਕਰਨੀ ਹੈ ਜੋ ਆਪਾਂ ਲਿਖਣਾ ਚਾਹੁੰਦੇ ਹਾਂ। ਦੂਸਰਾ ਪੁਆਇੰਟ ਜਦੋਂ ਲਿਖਣਾ ਆ, ਨੈਕਸਟ ਲਾਈਨ ਦੇ ਵਿੱਚ ਆ ਕੇ ਆਪਾਂ ਲਿਖਣਾ ਸੈਕਿੰਡਲੀ, ਕੌਮਾ ਪਾ ਕੇ, ਫਿਰ ਆਪਾਂ ਉਹ ਪੁਆਇੰਟ ਲਿਖਣਾ ਹੈ। ਥਰਡ ਪੁਆਇੰਟ ਲਿਖਣਾ ਹੈ ਥਰਡਲੀ, ਠੀਕ ਹੈ, ਕੌਮਾ ਪਾ ਕੇ, ਫਿਰ ਉਹ ਲਾਈਨ ਲਿਖਣੀ ਜੋ ਵੀ ਆਪਣਾ ਪੁਆਇੰਟ ਹੈ। ਅਗਲੀ ਹੁਣ ਫੋਰਥ ਪੁਆਇੰਟ ਜਦੋਂ ਆ ਗਿਆ, ਫੋਰਥਲੀ ਨਹੀਂ ਲਿਖਣਾ, ਥਰਡਲੀ ਤੱਕ ਰਹਿਣ ਦੇਣਾ ਉਹਨੂੰ, ਠੀਕ ਹੈ। ਫੋਰਥਲੀ ਨਹੀਂ ਲਿਖਣਾ, ਫਿਰ ਤੁਸੀਂ ਲਿਖਣਾ ਆ ਫਰਦਰ, FURTHER, ਫਰਦਰ ਮਤਲਬ ਹੋਰ ਜਾਂ ਇਸ ਤੋਂ ਅੱਗੇ, ਫਿਰ ਉਹ ਪੁਆਇੰਟ। ਫਿਰ ਹੁਣ ਇਸ ਤੋਂ ਹੋਰ ਅੱਗੇ ਤੁਸੀਂ ਪੁਆਇੰਟ ਲਿਖਣਾ, ਫਿਰ ਤੁਸੀਂ ਲਿਖ ਸਕਦੇ ਹੋ ਫਰਦਰ ਮੋਰ, ਇਸ ਤੋਂ ਹੋਰ ਅੱਗੇ, ਠੀਕ ਹੈ। ਹੋਰ ਅੱਗੇ ਅਗਰ ਤੁਸੀਂ ਕੁਝ ਲਿਖਣਾ ਚਾਹੁੰਦੇ ਹੋ, ਫਿਰ ਤੁਸੀਂ ਲਿਖ ਸਕਦੇ ਹੋ ਮੋਰ ਓਵਰ, ਠੀਕ ਹੈ, ਮੋਰ ਓਵਰ, ਕੌਮਾ ਪਾ ਕੇ, ਫਿਰ ਜੋ ਅੱਗੇ। ਜਦੋਂ ਲਾਸਟ ਪੁਆਇੰਟ ਲਿਖਣਾ ਹੈ, ਫਿਰ ਤੁਸੀਂ ਲਿਖਣਾ ਲਾਸਟਲੀ, ਲਾਸਟਲੀ, ਕੌਮਾ ਪਾ ਕੇ, ਫਿਰ ਲਾਸਟ ਪੁਆਇੰਟ। ਨੰਬਰਿੰਗ ਵਾਲਾ ਕੰਮ ਹੁਣ ਛੱਡ ਦੇਣਾ ਆਪਾਂ। ਕਲੀਅਰ ਹੈ ਜੀ ਗੱਲ? ਰਿਪੀਟ ਕਰ ਦਿੰਨੀ ਆ ਫਰੇਜ਼ਸ ਜਿਹੜੇ ਨੇ, ਫਸਟਲੀ, ਸੈਕਿੰਡਲੀ, ਥਰਡਲੀ, ਫਰਦਰ, ਫਰਦਰ ਮੋਰ, ਮੋਰ ਓਵਰ, ਲਾਸਟਲੀ, ਲਾਸਟਲੀ ਐਂਡ ਦੇ ਵਿੱਚ, ਠੀਕ ਹੈ ਜੀ। ਹੁਣ ਇੱਦਾਂ ਆਪਾਂ ਲਿਖਿਆ यस ਕਰਨਾ, मैम। ਹਾਂ ਇੱਦਾਂ ਰਾਈਟਿੰਗ ਕਰਨੀ ਆ ਹੁਣ ਆਪਾਂ, ਨੰਬਰ ਨਹੀਂ ਪਾਉਣੇ ਹੁਣ ਆਪਾਂ। ਉਹ ਬੱਚਿਆਂ ਵਾਲੀ ਲੱਗਦੀ ਹੈ ਰਾਈਟਿੰਗ ਉਹ, ਠੀਕ ਹੈ। ਦੂਸਰੀ ਚੀਜ਼, ज़्यादा ਤੋਂ ज़्यादा ਟਰਾਈ ਕਰਨਾ ਆ ਕਿ ਅਗਰ ਆਪਾਂ ਕੁਛ ਲਿਖ ਰਹੇ ਹਾਂ ਆਨਸਰ, ਉਹਨੂੰ ਆਪਾਂ ਪੈਰਾਗ੍ਰਾਫ ਬਣਾ ਕੇ ਲਿਖੀਏ। ਐਟਲੀਸਟ ਇੱਕ ਪੇਜ ਦੇ ਉੱਪਰ 2 ਪੈਰਾਗ੍ਰਾਫ ਤਾਂ ਹੋਣ। ਇਹ ਨਾ ਹੋਵੇ ਕਿ ਬਸ ਇੱਕ ਐਂਡ ਤੋਂ ਸਟਾਰਟ ਕੀਤਾ, ਪੇਜ ਦੇ ਦੂਸਰੇ ਐਂਡ ਤੇ ਜਾ ਕੇ ਖ਼ਤਮ ਕਰਤਾ, ਨਹੀਂ, ਇੱਦਾਂ ਨਹੀਂ। ਟਰਾਈ ਟੂ ਮੇਕ ਮੋਰ ਐਂਡ ਮੋਰ ਪੈਰਾਗ੍ਰਾਫਸ। ਮੋਰ ਐਂਡ ਮੋਰ ਦਾ ਇਹ ਵੀ ਨਾ ਹੋਵੇ ਕਿ ਤੁਸੀਂ ਇੱਕ ਪੇਪਰ ਦੇ ਇੱਕ ਪੇਜ ਦੇ ਉੱਪਰ 3-4 ਪੈਰਾਗ੍ਰਾਫ ਬਣਾ ਦਿਓ, 2-2 ਲਾਈਨਾਂ ਦੇ, ਨਹੀਂ। ਇੱਕ ਪੇਪਰ ਦੇ ਮਿਨੀਮਮ 2 ਪੈਰਾਗ੍ਰਾਫ ਤੁਸੀਂ ਬਣਾਓ, ਠੀਕ ਹੈ। ਮੈਕਸੀਮਮ 3 ਹੋ ਸਕਦੇ ਆ, ਇਸ ਤੋਂ ਜ਼ਿਆਦਾ ਨਹੀਂ। ਪੈਰਾਗ੍ਰਾਫ ਦੇ ਵਿੱਚ ਜਦੋਂ ਤੁਸੀਂ ਲਿਖਦੇ ਹੋ ਤਾਂ ਪਤਾ ਚੱਲਦਾ ਹੈ ਕਿ ਹਾਂ ਇਸ ਪੈਰਾਗ੍ਰਾਫ ਦੇ ਵਿੱਚ ਤੁਸੀਂ ਇਸ ਚੀਜ਼ ਦੀ ਗੱਲ ਕੀਤੀ ਆ, ਦੂਸਰੇ ਪੈਰਾਗ੍ਰਾਫ ਦੇ ਵਿੱਚ ਤੁਸੀਂ ਦੂਸਰੀ ਗੱਲ ਕੀਤੀ ਆ। ਹੁਣ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਕਿ ਫਸਟਲੀ, ਸੈਕਿੰਡਲੀ, ਥਰਡਲੀ, ਇਹ ਵੀ ਤੁਸੀਂ ਇੱਦਾਂ ਹੀ ਕਰਨਾ ਹੈ। ਪੁਆਇੰਟਸ ਬਣਾਏ ਹੋਏ ਨੇ ਤੁਸੀਂ, ਉਹ ਨੰਬਰ ਦੀ ਥਾਂ 'ਤੇ ਬਸ ਆਪਾਂ ਜਸਟ ਫਸਟਲੀ, ਫਿਰ ਉਸ ਤੋਂ ਬਾਅਦ ਸੈਕਿੰਡਲੀ। ਇੱਥੋਂ ਪਤਾ ਲੱਗਦਾ ਹੈ ਕਿ ਹਾਂ ਪਹਿਲਾਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ, ਇਹਦਾ ਮਤਲਬ ਹੀ ਇਹ ਹੁੰਦਾ ਹੈ ਕਿ ਪਹਿਲਾਂ ਇੱਦਾਂ, ਦੂਸਰੀ ਗੱਲ ਆਹ, ਤੀਸਰੀ ਗੱਲ ਆਹ, ਹੋਰ ਇੱਦਾਂ, ਇਸ ਤੋਂ ਅੱਗੇ ਇੱਦਾਂ, ਮੋਰ ਓਵਰ, ਇਸ ਤੋਂ ਹੋਰ ਅੱਗੇ ਇੱਦਾਂ, ਅਤੇ ਐਂਡ 'ਤੇ ਇਸ ਤਰ੍ਹਾਂ। ਇਹ ਹੁੰਦਾ ਇਹਨਾਂ ਫਰੇਜ਼ਸ ਦਾ ਮਤਲਬ, ਠੀਕ ਹੈ। ਔਰ ਪੈਰਾਗ੍ਰਾਫ ਬਣਾਉਣ ਦੀ ਕੋਸ਼ਿਸ਼ ਕਰੋ। ਅਗਰ ਤੁਸੀਂ ਪੈਰਾਗ੍ਰਾਫ ਦੇ ਵਿੱਚ ਜਾਂ ਤੁਹਾਡੀ ਜਿਹੜਾ ਪੇਪਰ ਹੈ ਜਾਂ ਤੁਸੀਂ ਲਿਖਦੇ ਹੋ ਉਹ ਜ਼ਿਆਦਾ ਲਿਖਣਾ ਹੈ, ਕੰਟੈਂਟ ਬਹੁਤ ਜ਼ਿਆਦਾ ਲਿਖਣ ਵਾਲਾ, ਠੀਕ ਹੈ, ਤਾਂ ਉਹਨੂੰ ਤੁਸੀਂ ਪੈਰਾਗ੍ਰਾਫ ਬਣਾ ਕੇ ਲਿਖਣਾ ਹੈ। that looks more good and beautiful and
ਦੂਸਰੀ ਚੀਜ਼ ਕਿ ਤੁਹਾਡੀ ਜਿਹੜਾ ਪੇਪਰ ਦੀ ਅਟੈਂਪਟ ਹੁੰਦਾ ਨਾ ਕੀਤਾ ਹੁੰਦਾ ਉਹ ਬਹੁਤ ਅੱਛਾ ਲੱਗਦਾ ਹੈ। ਹੁਣ ਇਹਦੇ ਨਾਲ ਆਪਾਂ ਦੋ ਚੀਜ਼ਾਂ ਸਿੱਖ ਲਈਆਂ। ਇੱਕ ਤਾਂ ਇਹ ਕਿ ਆਪਾਂ ਰਾਈਟਿੰਗ ਕਿੱਦਾਂ ਕਰਨੀ ਹੈ, ਇੱਕ ਇਹ ਹੁਣ ਇਹ ਕੰਮ ਤੁਹਾਡੇ ਅੱਗੇ ਜਾ ਕੇ ਕੰਮ ਵੀ ਆਉਣਾ ਆ ਜਦੋਂ ਤੁਸੀਂ ਜੋਬ ਕਰਨੀ ਹੈ। ਫਿਰ ਜਦੋਂ ਤੁਸੀਂ ਪੇਪਰ ਕਰਨਾ ਹੈ ਉਹਦੇ ਵਿੱਚ ਵੀ ਕੰਮ ਆ ਜਾਣਾ ਇਹ ਚੀਜ਼ ਰਾਈਟਿੰਗ ਦਾ। ਠੀਕ ਹੈ, ਇਹ ਫਾਇਦਾ ਹੋ ਜਾਂਦਾ। ਹੁਣ ਨੈਕਸਟ ਟਾਈਮ ਜਦੋਂ ਪੇਪਰ ਅਟੈਂਪਟ ਕਰਨਾ ਇਸ ਤਰੀਕੇ ਨਾਲ ਕਰਨਾ ਹੈ, ਪੁਆਇੰਟ ਬਣਾ ਕੇ ਨਹੀਂ ਕਰਨਾ। ਇਹ ਹੁਣ ਉਹ ਬੱਚਿਆਂ ਵਾਲੀ ਰਾਈਟਿੰਗ, ਇਹ ਹੈ ਕਿ ਵੱਡਿਆਂ ਵਾਲੀ ਰਾਈਟਿੰਗ, ਸਮਾਰਟ ਰਾਈਟਿੰਗ, ਅੱਛੇ ਤਰੀਕੇ ਨਾਲ ਕਿੱਦਾਂ ਲਿਖਣਾ ਹੈ। ਤੁਸੀਂ ਕਦੇ ਦੇਖਿਆ ਨਾ ਬੁੱਕਸ ਤੁਹਾਡੇ ਕੋਲ ਹੁੰਦੀਆਂ ਉਹਨਾਂ ਦੇ ਵਿੱਚ ਵੀ ਇੱਦਾਂ ਲਿਖਿਆ ਹੁੰਦਾ ਫਰਸਟਲੀ, ਸੈਕੰਡਲੀ, ਮੋਰ ਓਵਰ, ਫਰਦਰ, ਇੱਦਾਂ ਦੇ ਫਰੇਜ਼ਸ ਯੂਜ਼ ਕੀਤੇ ਹੁੰਦੇ, ਉਹ ਕਿੰਨੇ ਅੱਛੇ ਲੱਗਦੇ ਆ। ਉਹ ਵੱਡੇ ਵੱਡੇ ਰਾਈਟਰ ਜਿਹੜੇ ਨਾ ਉਹ ਇੱਦਾਂ ਯੂਜ਼ ਕਰਦੇ ਨੇ ਫਰੇਜ਼ਸ, ਅਤੇ ਆਪਾਂ ਵੀ ਹੁਣ ਉੱਦਾਂ ਕਰਨਾ ਹੈ। ਆਪਾਂ ਵੀ ਆਪਣੀ ਰਾਈਟਿੰਗ ਅੱਛੀ ਕਰਨੀ ਹੈ, ਬੱਚਿਆਂ ਵਾਲੀ ਰਾਈਟਿੰਗ ਨਹੀਂ ਕਰਨੀ। ਬਸ ਕਲੀਅਰ ਹੈ ਜੀ ਗੱਲ? ਓਕੇ। ਹੁਣ ਦੂਸਰੀ ਚੀਜ਼, ਜਦੋਂ ਤੁਸੀਂ ਐਗਜ਼ਾਮਪਲ ਦਿੰਦੇ ਹੋ, ਕੋਈ ਮੰਨ ਲਓ ਤੁਸੀਂ ਕੁਛ ਲਿਖਿਆ, ਠੀਕ ਹੈ, ਤੁਸੀਂ ਉਹਦੀ ਹੁਣ ਐਗਜ਼ਾਮਪਲ ਦੇਣੀ ਹੈ। ਆਪਾਂ ਕੀ ਯੂਜ਼ ਕਰਦੇ ਹਾਂ? ਸਿਰਫ ਇੱਕ ਹੀ, ਇੰਨਾ ਪੁਰਾਣਾ ਘਸਿਆ ਪਿਟਿਆ ਇੱਕ ਹੀ ਫਰੇਜ਼, ਫॉर एग्जांपल फॉर एग्जांपल फॉर एग्जांपल। नहीं, ट्राई टू डू समथिंग डिफरेंट, समथिंग न्यू। ਕੀ ਹੋ ਸਕਦਾ ਹੈ ਉਹਦੀ ਜਗ੍ਹਾ 'ਤੇ ਤੁਸੀਂ ਹੋਰ ਫॉर एग्जांपल ਲਿਖਣ ਦੀ ਬਜਾਏ ਤੁਸੀਂ ਲਿਖੋ फॉर इंस्टेंस। वर्ड्स ਨੂੰ ਚੇਂਜ ਕਰੋ, ਟਵਿਸਟ ਕਰੋ, ਨਵੇਂ ਵਰਡਸ ਐਡ ਕਰੋ। फॉर इंस्टेंस, इंस्टेंस ਦਾ ਮਤਲਬ ਹੀ एग्जांपल ਹੀ ਹੁੰਦਾ ਹੈ। ਹੁਣ एग्जांपल ਬਹੁਤ ਪੁਰਾਣਾ ਹੋ ਗਿਆ ਵਰਡ, ਉਹਦੀ ਜਗ੍ਹਾ 'ਤੇ ਆਪਾਂ इंस्टेंस ਯੂਜ਼ ਕਰੀਏ, फॉर इंस्टेंस, राइट। फिर आप यूज़ कर सकते हैं टू इलस्ट्रेट, टू इलस्ट्रेट, टू इलैबोरेट। जो आप किसी चीज़ को इलैबोरेट करना है, एक्सप्लेन करना है। क्लीयर है गल? सारे नू समझ आ गई है? रिपीट कर देनी है अगर तुसी नोट डाउन करने हो फ्रेजेस ये वाले। फर्स्टली, सैकेंडली, थर्डली, फर्दर। फर्दर के स्पैलिंग है ने FURTHER, फर्दर, ठीक है। फर्दर मोर, फर्दर मोर दे स्पैलिंग सेम ने, फर्दर लेके मोर, MORE इकट्ठा, ठीक है। जो आप ये फ्रेज यूज़ करना ना उस तो बाद आप कॉमा जरूर पाना है, कॉमा जरूर पाना आप, क्योंकि ये चीज़ अलग है, एक डिफरेंट फ्रेज है। फिर जो आप अपना पॉइंट एक्सप्लेन करना वो डिफरेंट है, कॉमा पाना है, ठीक है। क्लीयर है गल? होर है मोर ओवर, MOREOVER, मोर ओवर, लेकिन है दोनों कट्ठा ही वर्ड है, एक वर्ड है मोर ओवर। एग्जाम्पल लास्टली एंड ते फिर तुसी लास्टली लिखोगे, ठीक है। एग्जाम्पल की बजाय तुसी लिखना है फॉर इंस्टेंस, फॉर इंस्टेंस, ठीक है। जो आप इलस्ट्रेट करना किसी चीज़ को आप एक्सप्लेन करना है तो आप लिखेंगे टू इलस्ट्रेट, टू इलैबोरेट, उन्होंने इलैबोरेट करना है। क्लीयर है जी गल? सारिਆਂ ਨੂੰ समझ लग गई ये गल? यस मैम। हाँ जी, ठीक है। यस मैम। ਹੁਣ ਇੱਕ ਹੋਰ ਚੀਜ਼ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਉਹ ਕੀ ਹੈ ਕਿ ਮੰਨ ਲਓ ਮੈਂ ਕੋਈ ਪੈਰਾਗ੍ਰਾਫ ਲਿਖ ਰਹੀ ਹਾਂ। ਮੰਨ ਲਓ ਤੁਸੀਂ ਜੌਬ ਕਰ ਰਹੇ ਹੋ। ਐਗਜ਼ਾਮਪਲ ਮੈਂ ਤੁਹਾਨੂੰ ਤੁਹਾਡੀ ਲਾਈਫ 'ਤੇ ਦਿੰਦੀ ਹਾਂ। ਤੁਸੀਂ ਜੌਬ 'ਤੇ ਲੱਗ ਗਏ, ਤੁਹਾਨੂੰ ਕਿਸੇ ਨੇ ਕਿਹਾ ਕਿ ਤੁਸੀਂ ਆਹ ਜਿਹੜਾ ਇੱਕ ਨੋਟਿਸ ਰੈਡੀ ਕਰਨਾ ਹੈ, ਜਾਂ ਫਿਰ ਤੁਹਾਨੂੰ ਕੁਛ ਪੈਰਾਗ੍ਰਾਫ ਲਿਖਣ ਲਈ ਦੇਤਾ ਕਿ ਆਹ ਰੈਡੀ ਕਰਕੇ ਸਾਨੂੰ ਫੜਾ ਦਿਓ, ਠੀਕ ਹੈ। ਤੁਸੀਂ ਕਿੱਦਾਂ ਕੀ ਕਰੋਗੇ? ਮੰਨ ਲਓ ਜਲੰਧਰ 'ਤੇ ਕੋਈ ਟੌਪਿਕ ਹੈ, ਜਲੰਧਰ ਸਿਟੀ 'ਤੇ, ਠੀਕ ਹੈ। ਜਾਂ ਫਿਰ ਤੁਸੀਂ ਐਗਜ਼ਾਮਪਲ ਲੈ ਸਕਦੇ ਹੋ ਕਿਸੇ ਹਿਊਮਨ ਦੀ ਜਾਂ ਕਿਸੇ ਪਰਸਨ ਦੀ, ਠੀਕ ਹੈ। एग्जाम्पल किसी की भी लै सकते, किसी पर्सन से लिखना है या जलंधर से लिखना है, दोनों की एग्जाम्पल नाल दे देनी। एक पर्सन से लिखना है, ठीक है, एक तुसी जलंधर से भी लिखना है, दोनों चो कोई भी एग्जाम्पल लै लो। अच्छा, हुण तुसी उस पर्सन का नाम जान गए, ठीक है, कि ਇਹਦਾ नाम ये है। उस पर्सन से तुसी लिखना है, ਉਹਦਾ नाम तुसी पहला मैंशन कर दिता, एक बार मैंशन करता ਉਹਦਾ नाम। दूसरी बार ਜਦੋਂ तुसी ਉਹਦੇ बारे गल करनी है कि ਉਹ ਸਵੇਰ ਨੂੰ ਉੱਠਦਾ ਹੈ ਜਾਂ ਉਹ ਸਵੇਰ ਨੂੰ ਜੌਬ 'ਤੇ ਜਾਂਦਾ ਆ ਜਾਂ ਜਾਂਦੀ ਆ, ਜੋ ਵੀ, ਤੁਸੀਂ ਉਹਦਾ ਨਾਮ ਥੋੜੀ ਨਾ ਬਾਰ ਬਾਰ ਲਿਖਦੇ ਜਾਓਗੇ। ਮੰਨ ਲਓ ਇੱਥੇ ਕੋਈ ਵੀ ਨਾਮ ਲੈ ਲਓ, ਚਲੋ ਇੱਕ ਨਾਮ ਲੈ ਲਓ, ਅਭਿਸ਼ੇਕ ਲੈ ਲਓ, ਅਭਿਸ਼ੇਕ ਕੁਮਾਰ। ਅਭਿਸ਼ੇਕ ਕੁਮਾਰ ਦੇ ਬਾਰੇ ਆਪਾਂ ਲਿਖ ਰਹੇ ਹਾਂ, ਬਾਰ ਬਾਰ ਆਪਾਂ ਇੱਦਾਂ ਥੋੜੀ ਕਹਾਂਗੇ ਕਿ ਅਭਿਸ਼ੇਕ ਇੱਕ ਇਹ ਕਰਦਾ ਹੈ, ਅਭਿਸ਼ੇਕ ਉੱਠ ਕੇ ਜੌਬ 'ਤੇ ਜਾਂਦਾ ਹੈ, ਫਿਰ ਕੰਮ ਤੋਂ ਵਾਪਸ ਆਉਂਦਾ ਆ, ਫਿਰ ਰਾਤ ਨੂੰ ਲੰਚ ਡਿਨਰ ਕਰਦਾ ਆ, ਫਿਰ ਰਾਤ ਨੂੰ ਇੰਨੇ ਵਜੇ ਅਭਿਸ਼ੇਕ ਸੌ ਜਾਂਦਾ। ਬਾਰ ਬਾਰ ਆਪਾਂ ਨਾਮ ਥੋੜੀ ਲਵਾਂਗੇ। ਉਹਦੀ ਬਜਾਏ ਆਪਾਂ ਯੂਜ਼ ਕਰਨਾ ਆ
ਪ੍ਰੋਨਾउन ਜੇ ਫੀਮੇਲ ਹੈ ਤਾਂ ਉੱਥੇ ਆਪਾਂ ਹਰ ਯੂਜ਼ ਕਰਨਾ ਹੈ, ਅਗਰ ਮੇਲ ਹੈ ਤਾਂ ਆਪਾਂ ਹਿਮ ਯੂਜ਼ ਕਰਨਾ ਜਾਂ ਹਿਜ਼ ਯੂਜ਼ ਕਰਨਾ, ਠੀਕ ਹੈ, ਇੰਸਟੈਡ ਆਫ ਯੂਜ਼ਿੰਗ ਦ ਨੇਮ ਅਗੇਨ ਐਂਡ ਅਗੇਨ। ਇੱਦਾਂ ਹੀ ਸਿਟੀ ਦੀ ਗੱਲ ਕਰੀਏ, ਅਗਰ ਜਲੰਧਰ ਦੀ ਗੱਲ ਹੋ ਰਹੀ ਹੈ ਤਾਂ ਬਾਰ ਬਾਰ ਆਪਾਂ ਜਲੰਧਰ 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 ਨਹੀਂ ਕਰੀ ਜਾਣਾ, ਜਿੱਦਾਂ ਉਹ ਕੰਡਕਟਰ ਕਰਦੇ ਹੁੰਦੇ ਆ ਜਲੰਧਰ 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 ਜਲੰਧਰ। ਉਹਦੀ ਬਜਾਏ ਆਪਾਂ ਕੀ ਕਰਨਾ ਆ, ਸਿਟੀ ਆ ਤੇ ਆਪਾਂ ਕੀ ਕਰਾਂਗੇ, ਇਟ ਯੂਜ਼ ਕਰਾਂਗੇ, ਦਿਸ ਯੂਜ਼ ਕਰਾਂਗੇ, ਠੀਕ ਹੈ। ਇੱਕ ਵਰਡ ਨੂੰ ਅਗਰ ਉਹਦਾ ਨਾਮ ਹੈ ਉਹਨੂੰ ਇੱਕ ਵਾਰ ਯੂਜ਼ ਕਰ ਲਿਆ ਆ, ਉਹਨੂੰ ਬਾਰ ਯੂਜ਼ ਨਹੀਂ ਕਰਨਾ, ਉਹਨਾਂ ਦੀ ਜਗ੍ਹਾ ਤੇ ਆਪਾਂ ਪ੍ਰੋਨਾउन ਯੂਜ਼ ਕਰਨਾ ਹੈ। this is also a good point, a very important point for your effective writing. okay, clear ਹੋ ਗਈ ਇਹ ਗੱਲ? ਕਿਸੇ ਨੂੰ ਕੋਈ ਡਾਊਟ? No, ma'am. okay, No, ma'am. ਹੁਣ ਇੱਕ ਹੋਰ No, ਚੀਜ਼, ma'am. ਇੱਕ ਹੋਰ ਚੀਜ਼ ਦੇਖੋ ਕਿ ਆਪਾਂ ਪੰਕਚੁਏਸ਼ਨ ਮਾਰਕਸ ਯੂਜ਼ ਕਰਨੇ ਆ। ਪੰਕਚੁਏਸ਼ਨ ਮਾਰਕਸ ਸਾਰਿਆਂ ਨੂੰ ਪਤਾ ਹੈ, ਪੰਕਚੁਏਸ਼ਨ ਮਾਰਕਸ ਕੀ ਹੁੰਦੇ ਨੇ? ਕੀ ਹੁੰਦੇ ਨੇ ਜੀ ਪੰਕਚੁਏਸ਼ਨ ਮਾਰਕਸ? ਸਕੂਲ 'ਚ ਤਾਂ ਆਪਾਂ ਬੜੇ ਸੁਣੇ ਹੋਏ ਨੇ, ਪੜ੍ਹੇ ਵੀ ਹੋਏ ਨੇ। मैडम कॉमा फुल स्टॉप वाले ਹਾਂ, ਗੁੱਡ। एक्सक्लेमेटरी ਵੈਰੀ ਗੁੱਡ। ਸੋ ਇਹ ਹੁੰਦੇ ਨੇ ਪੰਕਚੁਏਸ਼ਨ ਮਾਰਕਸ, ਜਿਹੜੇ ਕਿ ਆਪਾਂ ਨੂੰ ਦੱਸਦੇ ਨੇ ਜੇ ਇਹਨਾਂ ਨੂੰ ਆਪਾਂ ਯੂਜ਼ ਨਹੀਂ ਕਰਾਂਗੇ ਨਾ ਤਾਂ ਉਹ ਰਾਈਟਿੰਗ ਦਾ ਕੋਈ ਮਤਲਬ ਨਹੀਂ ਬਣ ਜਾਏਗਾ, ਕੋਈ ਮਤਲਬ ਨਹੀਂ ਬਣੇਗਾ। ਆਪਾਂ ਉਹਨਾਂ ਨੂੰ ਇਕੱਠੇ ਰੀਡ ਕਰਦੇ ਜਾਵਾਂਗੇ ਉਸ ਚੀਜ਼ ਨੂੰ, ਅਤੇ ਉਹਦਾ ਕੋਈ ਮੀਨਿੰਗ ਵੀ ਹੋਰ ਨਿਕਲ ਜਾਏਗਾ, ਠੀਕ ਹੈ। ਮੰਨ ਲਓ ਕੁਛ ਹੋਰ ਆਪਾਂ ਮੈਸੇਜ ਕਹਿਣਾ ਚਾਹੁੰਦੇ ਹਾਂ, ਆਪਾਂ ਪੰਕਚੁਏਸ਼ਨ ਮਾਰਕ ਯੂਜ਼ ਕੀਤਾ ਨਹੀਂ ਤਾਂ ਆਪਾਂ ਉਹਦਾ ਮਤਲਬ ਕੋਈ ਹੋਰ ਕੱਢ ਲੈਣਾ, ਸਾਹਮਣੇ ਵਾਲਾ ਕੋਈ ਹੋਰ ਮੈਸੇਜ ਕਨਵੇ ਕਰ ਰਿਹਾ, ਆਪਾਂ ਕੁਛ ਹੋਰ ਸਮਝ ਲੈਣਾ। ਸਭ ਤੋਂ ਵੱਡੀ ਐਗਜ਼ਾਮਪਲ ਤਾਂ ਇਹਦੀ ਇਹੀ ਹੈ, ਵਟਸਐਪ 'ਤੇ ਮੈਸੇजेस ਆਪਾਂ ਕਰਦੇ ਹਾਂ, ਆਪਾਂ ਕਿਸੇ ਨੂੰ ਕੁਛ ਪੁੱਛਣਾ ਆ, ਪੁੱਛ ਰਹੇ ਹਾਂ ਆਪਾਂ ਉਹਨੂੰ, ਆਪਾਂ ਕੁਐਸਚਨ ਮਾਰਕ ਨਹੀਂ ਯੂਜ਼ ਕੀਤਾ ਤਾਂ ਉਹਨੂੰ ਪਤਾ ਨਹੀਂ ਲੱਗਣਾ ਕਿ ਮੈਨੂੰ ਦੱਸ ਰਿਹਾ ਕਿ ਪੁੱਛ ਰਿਹਾ ਹੈ, ਉਹਨੇ ਸਮਝਣਾ ਕਿ ਮੈਨੂੰ ਦੱਸ ਰਿਹਾ ਹੈ, ਰਾਈਟ। ਇੱਦਾਂ ਹੀ ਪੰਕਚੁਏਸ਼ਨ ਮਾਰਕਸ ਜਿਹੜੇ ਨੇ ਇਹ ਸਾਰੇ ਇੰਪੋਰਟੈਂਟ ਨੇ ਰਾਈਟਿੰਗ ਦੇ ਲਈ। ਕਿੱਦਾਂ? ਹੁਣ ਮੰਨ ਲਓ ਇੱਕ ਫੁੱਲ ਸਟਾਪ ਹੈ, ਮੰਨ ਲਓ ਫੁੱਲ ਸਟਾਪ ਹੈ, ਫੁੱਲ ਸਟਾਪ ਮੈਂ ਕੁਛ ਸੈਂਟੈਂਸ ਲਿਖਿਆ, ਮੈਂ ਫੁੱਲ ਸਟਾਪ ਪਾਇਆ ਨਹੀਂ, ਮੈਂ ਅਗਲਾ ਸੈਂਟੈਂਸ ਨਾਲ ਹੀ ਸਟਾਰਟ ਕਰ ਦਿੱਤਾ। ਹੁਣ ਜਿਹੜਾ ਰੀਡ ਕਰ ਰਿਹਾ ਉਹਨੇ ਤਾਂ ਇਹਦਾ ਮਤਲਬ ਇਹੀ ਸਮਝਣਾ ਕਿ ਸਾਰਾ ਸੈਂਟੈਂਸ ਇੱਕ ਹੀ ਹੈ, ਅਗਰ ਮੈਂ ਪਾਇਆ ਨਹੀਂ ਹੋਇਆ ਫੁੱਲ ਸਟਾਪ। ਇਸ ਲਈ ਫੁੱਲ ਸਟਾਪ ਜਿੱਥੇ ਪੈਣਾ ਉੱਥੇ ਫੁੱਲ ਸਟਾਪ ਪਾਉਣਾ ਹੈ, ਜਿੱਥੇ ਕੁਐਸਚਨ ਮਾਰਕ ਪੈਣਾ ਆ ਉੱਥੇ ਕੁਐਸਚਨ ਮਾਰਕ ਪਾਉਣਾ ਹੀ ਪਾਉਣਾ ਹੈ, ਜਿੱਥੇ ਕੁਐਸਚਨ ਹੈ, ਠੀਕ ਹੈ। ਕਈ ਵਾਰ ਆਪਾਂ ਕੁਐਸਚਨ ਮਾਰਕ ਪਾਉਣਾ ਭੁੱਲ ਜਾਂਦੇ ਹਾਂ ਜਾਂ ਇਗਨੋਰ ਕਰ ਦਿੰਦੇ ਹਾਂ, ਆਪਾਂ ਕਹਿੰਦੇ ਛੱਡ ਪਰਾਂ, ਨਹੀਂ, ਇੱਦਾਂ ਨਹੀਂ ਕਰਨਾ। ਕਿਉਂਕਿ ਜਿਹੜਾ ਮੈਂ ਮੈਸੇਜ ਤੁਹਾਡਾ ਪੜ੍ਹ ਰਿਹਾ ਆ, ਅਗਰ ਤੁਸੀਂ ਪੇਪਰ 'ਚ ਵੀ ਇੱਦਾਂ ਕਰ ਰਹੇ ਆ ਨਾ, ਤਾਂ ਅਗਰ ਤੁਸੀਂ ਜਿਹੜਾ ਐਗਜ਼ਾਮੀਨਰ ਤੁਹਾਡਾ ਪੇਪਰ ਪੜ੍ਹ ਰਿਹਾ ਆ ਨਾ, ਉਹਨੇ ਕੁਛ ਹੋਰ ਮੀਨਿੰਗ ਲੈ ਲੈਣਾ ਉਹਦਾ, ਤੁਸੀਂ ਕੁਛ ਹੋਰ ਕਹਿਣਾ ਹੋਣਾ ਹੈ ਅਤੇ ਉਹਨੇ ਕੁਛ ਹੋਰ ਸਮਝ ਲੈਣਾ। ਰਾਈਟਿੰਗ ਸਾਰੀ ਦੀ ਸਾਰੀ ਤੁਹਾਡੇ 'ਤੇ ਡਿਪੈਂਡ ਹੈ ਕਿ ਤੁਸੀਂ ਆਪਣਾ ਮੈਸੇਜ, ਆਪਣਾ ਆਨਸਰ ਕਿੱਦਾਂ ਵਧੀਆ ਤਰੀਕੇ ਨਾਲ ਦਿਖਾਉਣਾ ਹੈ, ਸਾਹਮਣੇ ਵਾਲੇ ਨੂੰ ਪੂਰਾ ਸਮਝਾਉਣਾ ਹੈ ਕਿ ਮੈਂ ਇਹ ਕਹਿਣਾ ਚਾਹੁੰਦਾ ਹਾਂ ਜਾਂ ਇਹ ਕਹਿਣਾ ਚਾਹੁੰਦੀ ਹਾਂ ਪੇਪਰ ਦੇ ਵਿੱਚ, ਮੇਰਾ ਆਨਸਰ ਇਹ ਹੈ, ਠੀਕ ਹੈ ਜੀ। ਹੁਣ ਦੇਖੋ ਇਹਦੇ ਵਿੱਚ ਕੀ ਹੈ, ਪਹਿਲਾ ਹੈਗਾ ਕੌਮਾ। ਕੌਮਾ ਇੰਨਾ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਰਾਈਟਿੰਗ ਦੇ ਵਿੱਚ ਕਿ ਐਗਜ਼ਾਮਪਲ ਇਹਦੀ ਚਲੋ ਮੈਂ ਦੇ ਦਿੰਦੀ ਤੁਹਾਨੂੰ, ਜਿੱਦਾਂ ਹੁਣ ਮੈਂ ਤੁਹਾਨੂੰ ਮੈਸੇਜ ਕਰਦੀ ਹੁੰਦੀ ਹਾਂ ਗਰੁੱਪ ਦੇ ਵਿੱਚ, ਜਦੋਂ ਆਪਾਂ ਕਲਾਸ ਜੁਆਇਨ ਕਰਨੀ ਹੁੰਦੀ ਹੈ ਅਤੇ ਮੈਂ ਤੁਹਾਨੂੰ ਕਹਿੰਦੀ ਹੁੰਦੀ ਹਾਂ ਕਿ ਸਟੂਡੈਂਟਸ ਜੁਆਇਨ ਦ ਕਲਾਸ, ਠੀਕ ਹੈ। ਮੈਂ ਹੀ ਕਹਿੰਦੀ ਹੁੰਦੀ ਤੁਹਾਨੂੰ, ਮੈਸੇਜ ਕਰਦੀ ਹੁੰਦੀ, ਮੈਂ ਕਿੱਦਾਂ ਲਿਖਦੀ ਹੁੰਦੀ ਹਾਂ ਕਿ ਸਟੂਡੈਂਟਸ ਕੌਮਾ ਫਿਰ ਜੁਆਇਨ ਦ ਕਲਾਸ, ਇਹ ਹੁੰਦਾ ਨਾ ਮੇਰਾ ਮੈਸੇਜ। ਅਗਰ ਮੈਂ ਇਹਦੀ ਬਜਾਏ ਇੱਦਾਂ ਕਰਦਾ ਕਿ ਸਟੂਡੈਂਟਸ ਜੁਆਇਨ ਦ ਕਲਾਸ, ਕੌਮਾ ਪਾਵਾਂ ਹੀ ਨਾ ਕਿਤੇ, ਸਟੂਡੈਂਟਸ ਤੋਂ ਬਾਅਦ ਸਿੱਧਾ ਹੀ ਨਾਲ ਹੀ ਜੁਆਇਨ ਦ ਕਲਾਸ, ਸਟੂਡੈਂਟ ਤੋਂ ਬਾਅਦ ਅਗਰ ਕੌਮਾ ਮਿਸ ਕਰਦਾ, ਛੱਡ ਦੇਵਾਂ, ਤਾਂ ਉਹਦਾ ਮਤਲਬ ਪਤਾ ਕੀ ਹੋ ਜਾਏਗਾ? ਉਸ ਸੈਂਟੈਂਸ ਦਾ ਮਤਲਬ, ਉਹਦਾ ਮਤਲਬ ਇਹ ਹੋ ਜਾਏਗਾ ਕਿ ਸਟੂਡੈਂਟਸ ਯਾਨੀ ਕਿ ਵਿਦਿਆਰਥੀ ਕਲਾਸ ਜੁਆਇਨ ਕਰਦੇ ਹਨ, ਉਹਦਾ ਇਹ ਮਤਲਬ ਹੋ ਜਾਏਗਾ। ਲੇਕਿਨ ਅਗਰ ਮੈਂ ਤੁਹਾਨੂੰ ਕਮਾਂਡ ਦੇ ਰਹੀ ਹਾਂ, ਕੋਈ ਤੁਹਾਨੂੰ ਕੁਛ ਕਰਨ ਲਈ ਕਹਿ ਰਹੀ ਹਾਂ, ਤਾਂ ਉਹਦੇ ਲਈ ਮੈਨੂੰ ਕੀ ਕਰਨਾ ਪੈਣਾ? ਪਹਿਲਾਂ ਕੌਮਾ ਲਗਾਉਣਾ ਪੈਣਾ ਸਟੂਡੈਂਟਸ ਨੂੰ, ਸਟੂਡੈਂਟਸ ਤੋਂ ਬਾਅਦ ਕਿ ਸਟੂਡੈਂਟਸ ਫਿਰ ਕੌਮਾ ਯਾਨੀ ਕਿ ਸਟੂਡੈਂਟਸ ਤੁਹਾਨੂੰ ਮੈਂ ਐਡਰੈਸ ਕਰ ਰਹੀ ਹਾਂ, ਫਿਰ ਉਸ ਤੋਂ ਬਾਅਦ ਜੁਆਇਨ ਦ ਕਲਾਸ।
ਇਹ ਮਤਲਬ ਹੈ ਕੌਮਾ ਦਾ। ਇੰਨਾ ਕੌਮਾ ਜਿਹੜਾ ਇੱਕ ਛੋਟਾ ਜਿਹਾ ਫਰਕ ਪਾ ਦਿੰਦਾ ਸੈਂਟੈਂਸ ਦੇ ਵਿੱਚ। ਠੀਕ ਹੈ, ਹੁਣ ਹੋਰ ਵੀ ਅਗਰ ਸੈਂਟੈਂਸਿਸ ਦੇਖੀਏ, ਅਗਰ ਜਿੱਥੇ ਕੌਮਾ ਪੈਣਾ ਆ ਉੱਥੇ ਪਾਉਣਾ ਹੀ ਪਾਉਣਾ ਹੈ। ਮੰਨ ਲਓ ਕੋਈ ਤੁਸੀਂ ਐਗਜ਼ਾਮਪਲਸ ਦੇ ਰਹੇ ਹੋ, ਕੋਈ ਇੰਸਟੈਂਸ ਦੇ ਰਹੇ ਹੋ ਕੁਛ ਚੀਜ਼ਾਂ ਦੀ, ਜਿੱਦਾਂ ਮੰਨ ਲਓ ਮੈਂ ਕਹਾਂ ਕਿ ਇਹ ਡਿਸਟ੍ਰਿਕਟ ਨੇ ਪੰਜਾਬ ਦੇ ਵਿੱਚ, ਜਲੰਧਰ, ਲੁਧਿਆਣਾ, ਉੱਥੇ ਵੀ ਕੌਮਾ ਪਾਉਣਾ ਜ਼ਰੂਰੀ। ਜਲੰਧਰ ਹੋ ਗਿਆ, ਲੁਧਿਆਣਾ ਹੋ ਗਿਆ, ਬਠਿੰਡਾ ਹੋ ਗਿਆ, ਇੱਦਾਂ ਮੈਂ ਕੌਮਾ ਪਾ ਕੇ ਲਿਖੂੰਗੀ ਉੱਥੇ। ਇੰਸਟੈਂਸ ਵਿੱਚ ਵੀ ਯੂਜ਼ ਹੋ ਗਿਆ। ਠੀਕ ਹੈ, ਕਿਸੇ ਨੂੰ ਐਡਰੈਸ ਕਰਨਾ ਉੱਥੇ ਵੀ ਆਪਾਂ ਯੂਜ਼ ਕੀਤਾ। ਠੀਕ ਹੈ, ਫਿਰ ਜਦੋਂ ਆਪਾਂ ਆਪਣੇ ਕੋਲ ਕਲੌਜ਼ਸ ਨੇ ਕੁਛ, ਯਾਨੀ ਕਿ ਛੋਟੇ ਸੈਂਟੈਂਸਿਸ ਨੇ ਕੁਛ, ਠੀਕ ਹੈ, ਫਿਰ ਉਹਨਾਂ ਨੂੰ ਆਪਾਂ ਜ਼ਿਆਦਾ ਸੈਂਟੈਂਸਿਸ ਨੂੰ ਜੋੜਨਾ ਹੈ ਆਪਸ ਦੇ ਵਿੱਚ, ਉੱਥੇ ਵੀ ਆਪਾਂ ਕੌਮਾ ਪਾਉਣਾ ਹੈ ਤਾਂ ਕਿ ਪਤਾ ਲੱਗੇ ਕਿ ਇਹ ਸੈਂਟੈਂਸ ਹੋਰ ਆ, ਫਿਰ ਅੱਗੇ ਜਾ ਕੇ ਕੁਝ ਉਹ ਹੋਰ ਕਹਿ ਰਹੇ ਨੇ, ਗੱਲ ਕਰ ਰਹੇ ਨੇ। ਇਸ ਲਈ ਕੌਮਾ ਵੀ ਇੰਪੋਰਟੈਂਟ ਹੈ। ਪੰਕਚੁਏਸ਼ਨ ਮਾਰਕ ਜਿਹੜੇ ਨੇ ਇੰਪੋਰਟੈਂਟ ਨੇ। ਐਕਸਕਲਾਮੇਸ਼ਨ ਮਾਰਕ ਜਿਹੜਾ ਹੁੰਦਾ ਹੈ, ਐਕਸਕਲਾਮੇਸ਼ਨ, ਉਹ ਜਿਹੜਾ ਇੱਕ ਉੱਪਰ ਲਾਈਨ ਲਗਾ ਕੇ ਨੀਚੇ ਬਿੰਦੀ, ਠੀਕ ਹੈ, ਉਹ ਹੁੰਦਾ ਐਕਸਕਲਾਮੇਸ਼ਨ ਮਾਰਕ। ਉਹ ਕਿਹਦੇ ਲਈ ਹੁੰਦਾ ਹੈ ਕਿ ਅਗਰ ਕੁਝ ਹੈਰਾਨੀ ਵਾਲਾ ਹੋਇਆ ਹੈ, ਕੋਈ ਹੈਰਾਨੀ ਵਾਲੀ ਜਾਂ ਕੋਈ ਬ੍ਰੇਕਿੰਗ ਨਿਊਜ਼ ਹੈ, ਠੀਕ ਹੈ, ਉੱਥੇ ਹੁੰਦਾ ਯੂਜ਼। ਜਾਂ ਫਿਰ ਕੁਛ ਸ਼ੌਕਿੰਗ ਹੋਇਆ ਹੈ, ਕੁਛ ਸਰਪ੍ਰਾਈਜ਼ਿੰਗ ਹੋਇਆ ਹੈ, ਉੱਥੇ ਆਪਾਂ ਇੱਕ ਮਾਰਕ ਜਿਹੜਾ ਯੂਜ਼ ਕਰਦੇ ਆ, ਐਕਸਕਲਾਮੇਸ਼ਨ ਮਾਰਕ। ਇਹਨੂੰ ਐਕਸਕਲਾਮੇਸ਼ਨ ਮਾਰਕ ਬੋਲਦੇ ਆ। ਠੀਕ ਹੈ ਜੀ। ਫਿਰ ਇੱਕ ਹੈ ਕੋਲਨ, ਸੈਮੀ ਕੋਲਨ। ਕੋਲਨ ਹੀ ਕੀ ਹੁੰਦੀ ਆ, ਉਹ ਦੋ ਬਿੰਦੀਆਂ। ਉਹ ਤਾਂ ਹੁਣ ਤੁਹਾਨੂੰ ਪਤਾ ਹੀ ਹੋਣਾ ਕਿ ਕਿੱਥੇ ਯੂਜ਼ ਹੁੰਦਾ ਹੈ। ਸੈਮੀ ਕੋਲਨ ਇੱਕ ਉੱਪਰ ਬਿੰਦੀ ਨੀਚੇ ਕੌਮਾ। ਠੀਕ ਹੈ, ਸੈਮੀ ਕੋਲਨ ਹੁੰਦਾ ਹੈ ਕਿ ਸੈਂਟੈਂਸਿਸ ਨੂੰ ਜੁਆਇਨ ਕਰਨਾ। ਸੈਂਟੈਂਸਿਸ ਨੂੰ ਵੀ ਜੁਆਇਨ ਕਰਨ ਦੇ ਲਈ ਸੈਮੀ ਕੋਲਨ ਨੂੰ ਯੂਜ਼ ਕਰਦੇ ਆ। ਕਲੀਅਰ ਹੈ ਗੱਲ? ਸਮਝ ਲੱਗ ਗਈ ਹੈ ਕਿ ਪੰਕਚੁਏਸ਼ਨ ਮਾਰਕਸ ਕਿੱਦਾਂ ਯੂਜ਼ ਕਰਨੇ ਆ, ਨੰਬਰਿੰਗ ਛੱਡ ਕੇ ਹੁਣ ਆਪਾਂ ਫਰੇਜ਼ਸ ਯੂਜ਼ ਕਰਨੇ ਆ। ਠੀਕ ਹੈ, ਹਾਈਲਾਈਟਿੰਗ ਦੇ ਲਈ ਆਪਾਂ ਟਰਾਈ ਕਰਨਾ ਹੈ ਕਿ ਆਪਾਂ ਕੈਪੀਟਲ ਲੈਟਰਸ ਦੇ ਵਿੱਚ ਲਿਖੀਏ। ਓਕੇ, ਹੋਰ ਕੀ ਦੱਸਿਆ ਮੈਂ ਤੁਹਾਨੂੰ ਕਿ ਪ੍ਰੋਨਾਊਨ ਯੂਜ਼ ਕਰਨਾ ਹੈ, ਬਾਰ ਬਾਰ ਨਾਊਨ ਨਹੀਂ ਯੂਜ਼ ਕਰੀ ਜਾਣਾ, ਇੱਕ ਹੀ ਵਰਡ ਯੂਜ਼ ਨਹੀਂ ਕਰੀ ਜਾਣਾ, ਉਹਦੀ ਜਗ੍ਹਾ 'ਤੇ ਆਪਾਂ ਪ੍ਰੋਨਾਊਨ ਯੂਜ਼ ਕਰਨਾ ਆ। ਇੰਨੀਆਂ ਚੀਜ਼ਾਂ ਦੱਸੀਆਂ ਤੁਹਾਨੂੰ, ਸਾਰੀਆਂ ਕਲੀਅਰ ਹੋ ਗਈਆਂ? ਦੱਸੋ ਸਾਰਿਆਂ ਨੂੰ, ਕਿਸੇ ਨੂੰ ਕੋਈ ਵੀ ਡਾਊਟ? यस मैम होगी क्लियर। ठीक है, गुड। बाकी दे बच्चे जानवी, जसवीर कौर, यस मैम। ओके, ठीक है, चलो। अच्छा जी, हुण है अपने कोल, अच्छा टाइम अपने कोल हैगा, ठीक है, हैगा अज टाइम हैगा 10 मिनट। ओके, देखो अपने कोल कुछ होंदियां ने, कुछ वर्ड्स ने ਜਿਹੜੇ ਆਪਾਂ ਹੁਣ ਅਵੋਇਡ ਕਰਨੇ ਆ ਯੂਜ਼ ਕਰਨੇ, ਜਿਹੜੇ ਆਪਾਂ ਬਹੁਤ ਯੂਜ਼ ਕਰਦੇ ਆ ਉਹਨਾਂ ਨੂੰ ਆਪਾਂ ਹੁਣ ਅਵੋਇਡ ਕਰਨਾ, ਯੂਜ਼ ਕਰਨਾ। ਕਿਹੜੇ ਵਰਡਸ ਨੇ ਉਹ? ਪਹਿਲਾ ਤਾਂ ਹੈਗਾ ਵੈਰੀ। ਵੈਰੀ ਕਿੰਨਾ ਆਪਾਂ ਯੂਜ਼ ਕਰਦੇ ਆ ਇਹਨੂੰ। ਵੈਰੀ ਕੋਲਡ, ਵੈਰੀ ਹਾਟ, ਵੈਰੀ ਸੌਰੀ, ਥੈਂਕ ਯੂ ਵੈਰੀ ਮੱਚ। ਕਿੰਨੇ ਮੈਂ ਕਹਿੰਦੀ ਹਰ ਜਗ੍ਹਾ ਆਪਾਂ ਨੂੰ ਮਾੜਾ ਜਿਹਾ ਕੋਈ ਚੀਜ਼ ਆਪਾਂ ਨੂੰ ਲੱਗਦੀ ਕਿ ਇਹ ਬਹੁਤ ਜ਼ਿਆਦਾ ਹੈ ਤਾਂ ਆਪਾਂ ਵੈਰੀ ਵਰਡ ਯੂਜ਼ ਕਰਦੇ ਹਾਂ। ਲੇਕਿਨ ਹੁਣ ਆਪਾਂ ਇਹਨੂੰ ਯੂਜ਼ ਕਰਨਾ ਬੰਦ ਕਰ ਦੇਣਾ। ਇਹਦੀ ਜਗ੍ਹਾ 'ਤੇ ਆਪਾਂ ਕੀ ਯੂਜ਼ ਕਰਨਾ ਹੈ, ਕੀ ਕਰਨਾ ਹੈ ਹੁਣ? ਇੱਕ ਹੋਰ ਵਰਡ ਹੈ ਰੀਅਲੀ। ਰੀਅਲੀ 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 ਆਪਾਂ ਬਹੁਤ ਯੂਜ਼ ਕਰਦੇ ਹਾਂ, ਸਟੂਡੈਂਟਸ ਬਹੁਤ ਯੂਜ਼ ਕਰਦੇ, ਮੈਂ ਖੁਦ ਵੀ ਬੜਾ ਯੂਜ਼ ਕਰਦੀ ਹੁੰਦੀ ਸੀ ਇਹ। ਕਿਉਂ ਹੁਣ ਆਪਾਂ ਇਹਨਾਂ ਨੂੰ ਛੱਡਣਾ ਆ? ਕਿਉਂਕਿ ਇਹ ਵਰਡ ਜਦੋਂ ਤੁਸੀਂ ਬੋਲਦੇ ਹੋ ਜਾਂ ਫਿਰ ਜਦੋਂ ਤੁਸੀਂ ਲਿਖਦੇ ਹੋ ਨਾ ਇੰਗਲਿਸ਼ ਦੇ ਵਿੱਚ, ਇਹ ਤੁਹਾਡੀ ਰਾਈਟਿੰਗ ਨੂੰ ਇੰਨਾ ਜ਼ਿਆਦਾ ਇਫੈਕਟਿਵ ਨਹੀਂ ਬਣਾਉਂਦਾ। ਮਤਲਬ ਇੰਨਾ ਜ਼ਿਆਦਾ ਉਹ ਲੱਗਦੀ ਨਹੀਂ, ਕੁਛ ਡਿਫਰੈਂਟ ਨਹੀਂ ਲੱਗਦਾ, ਇਹ ਪੁਰਾਣੀ ਜਿਹੀ ਘਿਸੀ-ਪਿਟੀ 'ਚ ਲੱਗਦੀ ਹੈ ਚੀਜ਼। ਹੁਣ ਆਪਾਂ ਕਿਉਂ ਨਾ ਆਪਾਂ ਉਹਦੀ ਜਗ੍ਹਾ 'ਤੇ ਕੁਛ ਹੋਰ ਵਰਡਸ ਯੂਜ਼ ਕਰਨੇ ਸਟਾਰਟ ਕਰੀਏ। ਜਿੱਦਾਂ ਕਿ ਮੰਨ ਲਓ ਤੁਸੀਂ ਕਹਿੰਦੇ ਹੋ ਕਿ ਬਾਹਰ ਬਹੁਤ ਠੰਡ ਹੈ, ਵੈਰੀ ਕੋਲਡ ਵਰਡ ਯੂਜ਼ ਕਰੋਗੇ, ਇਟਸ ਵੈਰੀ ਕੋਲਡ ਆਊਟਸਾਈਡ। ਕਿਉਂ ਵੈਰੀ ਕੋਲਡ? ਕੁਛ ਨਵਾਂ ਕਰੋ। ਹੁਣ ਉਹਦੀ ਜਗ੍ਹਾ 'ਤੇ ਆਪਾਂ ਕੀ ਕਰਨਾ ਹੈ, ਤੁਸੀਂ ਉਹਦੀ ਜਗ੍ਹਾ 'ਤੇ ਯੂਜ਼ ਕਰ ਸਕਦੇ ਹੋ ਫਰੀਜ਼ਿੰਗ ਵਰਡ, ਇਟਸ ਫਰੀਜ਼ਿੰਗ ਆਊਟਸਾਈਡ।
ਹੁਣ ਤੁਸੀਂ ਦੇਖੋ, ਅਗਰ ਮੈਂ ਕਹਾਂ ਇਟਸ ਵੈਰੀ ਕੋਲਡ ਆਊਟਸਾਈਡ ਔਰ ਅਗਰ ਮੈਂ ਕਹਾਂ ਇਟਸ ਫਰੀਜ਼ਿੰਗ ਆਊਟਸਾਈਡ, ਦੋਨਾਂ ਦੇ ਵਿੱਚੋਂ ਕਿਹੜਾ ਜ਼ਿਆਦਾ ਸੈਂਟੈਂਸ ਸੋਹਣਾ ਲੱਗ ਰਿਹਾ ਬੋਲਦੇ ਟਾਈਮ? ਤੇ ਸੁਣਨ ਵਾਲੇ ਨੂੰ ਵੀ ਦੂਸਰਾ ਵਾਲਾ ਲੱਗਦਾ ਹੈ ਨਾ ਕਿ ਇਟਸ ਫਰੀਜ਼ਿੰਗ ਆਊਟਸਾਈਡ। ਫਰੀਜ਼ਿੰਗ ਦਾ ਮਤਲਬ ਇਹ ਨਹੀਂ ਤੁਸੀਂ ਸਮਝ ਲੈਣਾ ਕਿ ਬਰਫ਼ ਪੈ ਰਹੀ ਹੈ, ਮਤਲਬ ਕਿ ਇੰਨੀ ਠੰਡ ਹੈ ਕਿ ਜਿੱਦਾਂ ਬਰਫ਼ ਪੈ ਰਹੀ ਹੁੰਦੀ, ਇੰਨੀ ਠੰਡ ਹੈ, ਮਤਲਬ ਬਹੁਤ ਠੰਡ ਹੈ, ਇਹ ਹੁੰਦਾ ਉਹਦਾ ਮਤਲਬ। ਫਰੀਜ਼ਿੰਗ, ਅਗਰ ਮੈਨੂੰ ਤਾਂ ਫਰੀਜ਼ਿੰਗ ਵਰਡ ਬੜਾ ਪਸੰਦ ਹੈ। ਅਗਰ ਤੁਸੀਂ ਇਹਦੀ ਜਗ੍ਹਾ 'ਤੇ ਕੁਛ ਹੋਰ ਯੂਜ਼ ਕਰਨਾ ਚਾਹੁੰਦੇ ਹੋ ਤੁਸੀਂ ਹੋਰ ਕਰ ਸਕਦੇ ਹੋ, ਜਿੱਦਾਂ ਕਿ ਫਰੋਸਟੀ। ਫਰੋਸਟੀ ਦਾ ਮਤਲਬ ਵੀ ਇਹੀ ਹੁੰਦਾ ਕਿ ਬਹੁਤ ਠੰਡ ਹੈ। ਠੀਕ ਹੈ ਜੀ। ਹੋਰ ਕਿਹੜਾ ਵਰਡ ਤੁਸੀਂ ਯੂਜ਼ ਕਰ ਸਕਦੇ ਹੋ? ਚਿਲੀ, ਚਿਲੀ, ਇਟਸ ਚਿਲੀ ਆਊਟਸਾਈਡ। ਮਤਲਬ ਕਹਿਣ ਦਾ ਇਹ ਆ ਕਿ ਹੁਣ ਆਪਾਂ ਨਵੇਂ ਵਰਡਸ ਚੱਕਣੇ ਆ, ਪੁਰਾਣੇ ਵਰਡਸ ਨੂੰ ਬਾਏ ਬਾਏ ਬੋਲ ਦੇਣਾ। ਠੀਕ ਹੈ, ਹੁਣ ਆਪਾਂ ਨਵੇਂ ਨਵੇਂ ਵਰਡਸ ਯੂਜ਼ ਕਰਨੇ ਆ, ਨਵੇਂ ਨਵੇਂ ਵਰਡਸ ਬੋਲਣੇ ਆ, ਲਿਖਣੇ ਵੀ ਆ, ਬੋਲਣੇ ਵੀ ਇਹੀ ਆ। ਠੀਕ ਹੈ, ਵੈਰੀ ਬੁਰੀ ਛੱਡ ਦਿਓ ਹੁਣ। ਓਕੇ, ਇੱਕ ਹੁਣ ਆਪਾਂ ਬੜਾ ਸਟੂਡੈਂਟਸ ਵੀ, ਸਾਰੇ ਬੱਚੇ ਸਾਰੇ ਇਹ ਬੋਲਦੇ ਨੇ ਆਈ ਐਮ ਰੀਅਲੀ ਸੌਰੀ, ਆਈ ਐਮ ਰੀਅਲੀ ਸੌਰੀ। ਰੀਅਲੀ 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 ਵੀ ਬਹੁਤ ਯੂਜ਼ ਕਰਦੇ ਆਪਾਂ। ਰੀਅਲੀ ਨੂੰ ਵੀ ਛੱਡ ਦਿਓ ਹੁਣ, ਤੁਸੀਂ ਸੌਰੀ ਬੋਲਣਾ ਹੈ ਕਿਸੇ ਨੂੰ, ਯੂ ਕੈਨ ਸੇ ਆਈ ਐਮ ਐਕਸਟ੍ਰੀਮਲੀ ਸੌਰੀ। ਇੱਕ ਨਵਾਂ ਵਰਡ ਸਿੱਖਿਆ ਨਾ ਤੁਸੀਂ, ਐਕਸਟ੍ਰੀਮਲੀ। ਤੇ ਐਕਸਟ੍ਰੀਮਲੀ ਵਰਡ ਬੋਲਣ ਦੇ ਵਿੱਚ ਤੇ ਸੁਣਨ ਦੇ ਵਿੱਚ ਕਿੰਨਾ ਸੋਹਣਾ ਲੱਗਦਾ ਆ ਰੀਅਲੀ ਨਾਲੋਂ, ਹੈ ਨਾ? ਤਾਂ ਆਪਾਂ ਇਹ ਬੋਲ ਸਕਦੇ ਕਿ ਆਈ ਐਮ ਐਕਸਟ੍ਰੀਮਲੀ ਸੌਰੀ। ਮਤਲਬ ਦੋਨਾਂ ਦਾ ਸੇਮ ਹੈ, ਮਤਲਬ ਦੋਨਾਂ ਦਾ ਸੇਮ ਹੈ। ਮੈਂ ਇਹ ਨਹੀਂ ਕਹਿੰਦੀ ਕਿ ਰੀਅਲੀ ਵਾਲਾ ਗਲਤ ਹੈ, ਉਹ ਵੀ ਉਹੀ ਹੈ ਜੋ ਐਕਸਟ੍ਰੀਮਲੀ ਹੈ, ਮਤਲਬ ਦੋਨਾਂ ਦਾ ਸੇਮ ਹੈ, ਦੋਨੋਂ ਹੀ ਸਹੀ ਨੇ। ਲੇਕਿਨ ਆਪਾਂ ਜ਼ਿਆਦਾ ਬਿਊਟੀਫੁਲ ਚੂਜ਼ ਕਰਨਾ ਹੈ, ਕਿਉਂਕਿ ਆਪਾਂ ਪੁਰਾਣੀ ਇੰਗਲਿਸ਼ ਬਹੁਤ ਬੋਲ ਲਈ ਹੈ। ਹੁਣ ਆਪਾਂ ਥੋੜ੍ਹਾ ਕੁਛ ਨਵਾਂ ਬੋਲਣਾ ਹੈ, ਆਪਾਂ ਨਵਾਂ ਸਿੱਖਣਾ ਹੈ, ਨਵੇਂ ਨਵੇਂ ਵਰਡਸ ਸਿੱਖਣੇ, ਇਹਨੂੰ ਕਹਿੰਦੇ ਆ ਵੋਕੈਬਲਰੀ ਇੰਪਰੂਵ ਕਰਨਾ। ਨਵੇਂ ਨਵੇਂ ਵਰਡਸ ਆਪਾਂ ਹੁਣ ਸਿੱਖਣੇ ਆ। ਠੀਕ ਹੈ, ਆਪਾਂ ਆਪਣੀ ਵੋਕੈਬਲਰੀ ਇੰਪਰੂਵ ਕਰਨੀ ਹੈ। ਸੋ ਇਸ ਲਈ ਤੁਸੀਂ ਯੂਜ਼ ਕਰ ਸਕਦੇ ਹੋ ਕਿ ਕਹਿ ਸਕਦੇ ਹੋ ਕਿ ਆਈ ਐਮ ਐਕਸਟ੍ਰੀਮਲੀ ਸੌਰੀ। ਮੈਂ ਜਦੋਂ ਸਪੀਕਿੰਗ ਸਟਾਰਟ ਕਰ ਦੇਣੀ ਆ, ਹੁਣ ਨੈਕਸਟ ਲੈਕਚਰ ਤੁਹਾਡਾ ਹੈਗਾ ਆ, ਵੇਟ, ਕੱਲ ਹੈਗਾ ਤੁਹਾਡਾ ਲੈਕਚਰ। ਕੱਲ ਮੈਂ ਤੁਹਾਡੀ ਸਪੀਕਿੰਗ ਸਟਾਰਟ ਕਰਨੀ ਹੈ। ਮੈਂ ਤੁਹਾਨੂੰ ਪਹਿਲੇ ਹੀ ਦੱਸ ਦਿੰਦੀ ਹਾਂ, ਜਿਹੜੇ ਬੱਚੇ ਐਕਚੁਅਲੀ ਸਿੱਖਣਾ ਚਾਹੁੰਦੇ ਨੇ ਕਲਾਸ 'ਚ ਉਹੀ ਆਇਓ, ਕਿਉਂਕਿ ਮੈਂ ਕੱਲ੍ਹ ਨੂੰ ਕਲਾਸ ਦੇ ਵਿੱਚ ਸਭ ਤੋਂ ਬੁਲਵਾਉਣਾ ਆ। ਸਪੀਕਿੰਗ ਦਾ ਮਤਲਬ ਹੀ ਇਹੀ ਹੈ। ਠੀਕ ਹੈ, ਮੈਂ ਜੋ ਬੋਲੂੰਗੀ ਮੈਂ ਤੁਹਾਨੂੰ ਵੀ ਕਹਿਣਾ ਕਿ ਤੁਸੀਂ ਇਸ ਸੈਂਟੈਂਸ ਨੂੰ ਬੋਲੋ, ਅਤੇ ਜਿਹੜਾ ਬੋਲੂਗਾ ਉਹੀ ਕਲਾਸ 'ਚ ਆਇਓ। ਫਿਰ ਜਿਹੜਾ ਨਹੀਂ ਚਾਹੁੰਦਾ ਕਿ ਮੈਂ ਨਹੀਂ ਬੋਲ ਸਕਦਾ, ਜਾਂ ਮੈਂ ਬਿਜ਼ੀ ਹਾਂ, ਜਾਂ ਮੈਂ ਕਿਸੇ ਹੋਰ ਜਗ੍ਹਾ 'ਤੇ ਆਇਆ ਹੋਇਆ, ਫਿਰ ਉਹ ਕਲਾਸ 'ਚ ਨਾ ਆਇਓ, ਕਿਉਂਕਿ ਮੈਂ ਬੁਲਵਾਉਣਾ ਆ ਸਭ ਤੋਂ। ਮੈਂ ਚਾਹੁੰਦੀ ਹਾਂ ਕਿ ਸਾਰੇ ਇੰਗਲਿਸ਼ ਬੋਲਣ, ਪੂਰੀ ਕਲਾਸ। ਠੀਕ ਹੈ, ਕਲੀਅਰ ਆ ਗੱਲ? ਕੱਲ੍ਹ ਨੂੰ ਹੁਣ ਸਪੀਕਿੰਗ ਸਟਾਰਟ ਕਰਨੀ ਹੈ ਮੈਂ ਤੁਹਾਡੀ, ਅਤੇ ਕੱਲ੍ਹ ਨੂੰ ਆਪਾਂ ਹੋਰ ਵੀ ਜ਼ਿਆਦਾ ਨਵੇਂ ਵਰਡਸ, ਨਵੇਂ ਫਰੇਜ਼ਿਸ ਸਿੱਖਣੇ ਆ। ਹਾਈ ਹਾਊ ਆਰ ਯੂ ਵਾਲੇ ਪੁਰਾਣੇ ਵਰਡਸ ਛੱਡ ਦੇਣੇ ਆਪਾਂ, ਇਹ ਸੈਂਟੈਂਸਿਸ, ਇਹ ਫਰੇਜ਼ਿਸ ਛੱਡਣੇ ਆ ਹੁਣ ਆਪਾਂ। ਇਹੀ ਬੋਲਦੇ ਰਹਿੰਦੇ ਆਪਾਂ ਮਿਲਦੇ ਜਦੋਂ ਕਿਸੇ ਨੂੰ, ਹਾਈ ਹਾਊ ਆਰ ਯੂ, ਉਹ ਵੀ ਨਹੀਂ ਬੋਲਦੇ ਕਈ ਤਾਂ ਕਈ ਵਾਰ ਤਾਂ ਆਪਾਂ ਉਹ ਵੀ ਨਹੀਂ ਬੋਲਦੇ। ਆਪਾਂ ਜਦ ਆਪਾਂ ਬੋਲਣੀ ਨਹੀਂ ਆ ਲੈਂਗੁਏਜ ਕੋਈ, ਫਿਰ ਆਪਾਂ ਨੂੰ ਕਿੱਦਾਂ ਆਊਗੀ ਉਹ? ਇਸੇ ਲਈ ਕੱਲ੍ਹ ਤੋਂ ਬੋਲਣੀ ਸਟਾਰਟ ਕਰਨੀ ਆ ਬਸ। ਜਿਹੜੇ ਜਿਹੜੇ ਐਕਚੁਅਲ 'ਚ ਇੰਟਰਸਟਿਡ ਨੇ ਉਹ ਆ ਜਾਇਓ ਕਲਾਸ 'ਚ। ਠੀਕ ਹੈ, ਕਿਉਂਕਿ ਸਾਰਿਆਂ ਤੋਂ ਬੁਲਵਾਉਣੀ ਆ ਮੈਂ। ਹੁਣ ਇਹ ਚਾਹੇ ਤੁਸੀਂ ਇਹਨੂੰ ਸਮਝ ਲਓ ਧੱਕੇ ਨਾਲ ਇੰਗਲਿਸ਼ ਸਿੱਖਣ ਵਾਲੀ ਗੱਲ, ਜੋ ਮਰਜ਼ੀ ਸਮਝ ਲਓ, ਪਰ ਮੈਂ ਤੁਹਾਡੇ ਸਾਰਿਆਂ ਤੋਂ ਬੁਲਵਾਉਣੀ ਆ ਕੱਲ੍ਹ ਨੂੰ। ਕਲੀਅਰ ਹੈ ਜੀ ਸਾਰਿਆਂ ਨੂੰ? ਦੱਸੋ, ਜਿਹੜੇ ਜਿਹੜੇ ਬੋਲਣਗੇ ਉਹੀ ਆਇਓ ਕਲਾਸ ਦੇ ਵਿੱਚ। ਠੀਕ ਹੈ ਜੀ, ਓਕੇ ਹੈ ਜੀ? ਹਾਂ, Yes, ma'am. ਯੈਸ। Yes, ma'am. ਸੋ ਬਾਕੀ ਸਾਰੇ ਜਣੇ ਆਪਾਂ ਕੱਲ੍ਹ ਨੂੰ ਜਿਹੜਾ ਕਰਾਂਗੇ ਟੌਪਿਕ ਸਪੀਕਿੰਗ ਦਾ। ਠੀਕ ਹੈ, ਨਵੇਂ ਸੈਂਟੈਂਸਿਸ ਸਿੱਖਣੇ ਆ। ਸਭ ਤੋਂ ਪਹਿਲਾਂ ਜਿਹੜੇ ਆਪਾਂ
ਸਰਵਾਈਵਲ ਇੰਗਲਿਸ਼ ਸਿੱਖਣੀ ਹੈ, ਯਾਨੀ ਕਿ ਜਿਹੜੀ ਆਪਾਂ ਕਾਮਨ ਕਨਵਰਸੇਸ਼ਨ ਦੇ ਵਿੱਚ ਬੋਲਦੇ ਹਾਂ ਉਹ ਆਪਾਂ ਸਿੱਖਣੀ ਹੈ। ਆਰਾਮ ਨਾਲ ਸਿੱਖਣੀ ਹੈ, ਕਿਸੇ ਨੂੰ ਕੋਈ ਕਾਹਲੀ ਨਹੀਂ ਕਰਨੀ, ਕਿਸੇ ਨੇ ਇਹ ਨਹੀਂ ਕਹਿਣਾ ਕਿ ਸਾਡੀ ਫਲੂਐਂਸੀ ਨਹੀਂ ਹੈ ਜਾਂ ਮੈਂ ਹੌਲੀ ਰੁਕ ਰੁਕ ਕੇ ਬੋਲਦੀ, ਹੌਲੀ ਬੋਲਦਾ ਜਾਂ ਬੋਲਦੀ ਹਾਂ, ਕੋਈ ਟੈਨਸ਼ਨ ਨਹੀਂ ਹੈ। ਸਟਾਰਟ ਕਰਨੀ ਆ ਕੱਲ ਤੋਂ ਬਸ ਬੋਲਣੀ। ਠੀਕ ਹੈ ਜੀ, ਚਲੋ ਜੀ ਫਟਾਫਟ ਅਟੈਂਡੈਂਸ ਬੋਲੋ। ਰੁਕੋ ਜ਼ਰਾ, ਅੱਜ ਹੈਗੀ ਆ 22 ਅਪ੍ਰੈਲ। ਹਾਂਜੀ, ਅਭਿਸ਼ੇਕ ਕੁਮਾਰ। प्रेजेंट मैम। अमित कुमार। अमित कुमार। अमित, दिस इज योर सेकंड क्लास। प्रेजेंट मैम। हाँ जी ठीक है, प्रेजेंट तो ठीक है, लेकिन दूसरी क्लास है भी, कित्थे रहंदे हो तुसी? अमित कुमार। बबीता। Yes, ma'am. बॉबी। Yes, ma'am. दिवजोत सिंह। present ma'am, दिवजोत, रोल नंबर कितना है ਤੁਹਾਡਾ? 39। ma'am 39, ठीक है जी। हेलो मैम। ओके, गुरसिमरनप्रीत कौर। Present, ma'am. हरसिमरन सिंह। प्रेजेंट मैम। जानवी। Present, ma'am. जसवीर कौर। जसवीर कौर। Yes, ma'am. करण। प्रेजेंट मैम। किरण। Yes, ma'am. कोमल। Present, ma'am. मिथिलेश। यस मैम। नवदीप। Yes, ma'am. पवनप्रीत कौर। Yes, ma'am. प्रभजोत कौर। Yes, ma'am. राजविंदर। Present, ma'am. रमनदीप। Yes, ma'am. साहिल। प्रेजेंट मैम। स्नोविया। Present, ma'am. सुहानी। Present, ma'am. तशमीन। Present, ma'am. अच्छा जी, सारे दी हो गई, कोई रह तो नहीं गया? ma'am Shivam, ओहो शिवम, तुसी कित्थे रह जांदे हो? ma'am पता नहीं, चलो ठीक है। अच्छा, कल तो आप स्पीकिंग स्टार्ट करनी है, सारे जने ने आना है, ठीक है? क्लास दे विच नवीं नवीं चीज़ां सीखांगे आप, ठीक है जी? चलो जी, हुण कल मिलते हैं आप। Okay, ma'am. टिल दैन टेक केयर।